ਏਕਮ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੰਗੀ ਕਲਾ ਗੱਤਕੇ ਬਾਰੇ ਜਾਣਾਂਗੇ, ਜਿਸ ਨੂੰ ਸਿੱਖ ਮਾਰਸ਼ਲ ਆਰਟ ਵੀ ਕਿਹਾ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਦੇ ਪਿਛੋਕੜ ਬਾਰੇ ਤੇ ਇਸ ਦੇ ਪ੍ਰਦਰਸ਼ਨ ਦੌਰਾਨ ਕਿਹੜੀਆਂ-ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਿਹੜੇ-ਕਿਹੜੇ ਸ਼ਸਤਰਾਂ ਦੀ ਸਹਾਇਤਾ ਦੇ ਨਾਲ ਗੱਤਕੇ ਦੇ ਪ੍ਰਦਰਸ਼ਨ ਕੀਤੇ ਜਾਂਦੇ ਆ, ਇਸ ਸਭ ਬਾਬਤ ਜਾਣਕਾਰੀ ਲੈਣ ਲਈ ਅਸੀਂ ਉਚੇਚੇ ਤੌਰ ਤੇ ਜੁੜੇ ਹਾਂ ਤਲਵਿੰਦਰ ਸਿੰਘ ਹੋਰਾਂ ਨਾਲ। ਤੁਹਾਨੂੰ ਦੱਸਦੇ ਹਾਂ ਦਰਸ਼ਕੋ, ਤਲਵਿੰਦਰ ਸਿੰਘ ਹੋਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਿੱਚ ਬਤੌਰ ਗੱਤਕਾ ਕੋਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤਲਵਿੰਦਰ ਸਿੰਘ ਜੀ, ਏਕਮ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਏਕਮ ਟੀਵੀ ਦੇਖ ਰਹੇ ਸਾਰੀ ਸਿੱਖ ਸੰਗਤ ਤੇ ਦਰਸ਼ਕਾਂ ਨੂੰ ਫਤਿਹ ਪ੍ਰਵਾਨ ਕਰੋ ਜੀ। ਸਾਰੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਲਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਗੱਤਕੇ ਦੇ ਪਿਛੋਕੜ ਬਾਰੇ ਦੱਸੋ ਕਿ ਇਸ ਦੀ ਸ਼ੁਰੂਆਤ ਕਦੋਂ ਹੋਈ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਮਕਸਦ ਨੂੰ ਲੈ ਕੇ ਗੱਤਕੇ ਦੀ ਸ਼ੁਰੂਆਤ ਕੀਤੀ ਗਈ ਸੀ? ਜੀ ਦਮਨ, ਜੇਕਰ ਖੇਡ ਜੋ ਕੀ ਹੈਗੀ ਹੈ ਆਦਿਕਾਲ ਦੇ ਸਮੇਂ ਤੋਂ ਵੀ ਸ਼ੁਰੂਆਤ ਹੋਈ ਹੈ ਇਸ ਦੀ। ਉਸ ਸਮੇਂ ਗੱਤਕੇ ਨੂੰ ਗੱਤਕੇ ਦੇ ਨਾਮ ਨਾਲ ਨਹੀਂ ਜਾਣਿਆ ਜਾਂਦਾ ਸੀ। ਉਸ ਸਮੇਂ ਵਿੱਚ ਮਨੁੱਖ ਆਪਣੀ ਜਾਨ ਅਤੇ ਮਾਲ ਦੀ ਰੱਖਿਆ ਲਈ ਕੋਈ ਨਾ ਕੋਈ ਲੱਕੜੀ ਦਾ ਡੰਡਾ ਜਾਂ ਸੋਟਾ ਆਪਣੇ ਨਾਲ ਰੱਖਦਾ ਸੀ, ਪਰ ਉਸ ਸਮੇਂ ਦੇ ਵਿੱਚ ਗੱਤਕੇ ਨੂੰ ਗੱਤਕੇ ਦੇ ਨਾਮ ਨਾਲ ਨਹੀਂ ਜਾਣਿਆ ਸੀ। ਜੇਕਰ ਅਸੀਂ ਸਿੱਖ ਧਰਮ ਦੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਸਾਨੂੰ ਪੜ੍ਹਨ ਵਿੱਚ ਮਿਲਦਾ ਹੈ ਕਿ ਗੱਤਕਾ ਖੇਡ ਜੋ ਕਿ ਸਿੱਖਾਂ ਦੀ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਬਾਬਾ ਬੁੱਢਾ ਜੀ ਵੱਲੋਂ, ਜੋ ਕਿ ਸਤਿਕਾਰਯੋਗ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਹੋਏ ਹਨ, ਉਹਨਾਂ ਵੱਲੋਂ ਹੀ ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਤੋਂ ਬਾਅਦ 6ਵੇਂ ਪਾਤਸ਼ਾਹੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਗਿਆ ਹੈ, ਉਸ ਸਮੇਂ ਦੇ ਵਿੱਚ ਹੀ ਬਾਬਾ ਬੁੱਢਾ ਜੀ ਵੱਲੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ 2 ਤਲਵਾਰਾਂ ਧਾਰਨ ਕਰਵਾਈਆਂ ਸੀ, ਜੋ ਕਿ ਮੀਰੀ ਅਤੇ ਪੀਰੀ ਦੀਆਂ ਸਨ। ਉਸ ਸਮੇਂ ਤੋਂ ਹੀ ਗੱਤਕਾ ਖੇਡ ਦੀ ਸ਼ਾਸਤਰ ਵਿਦਿਆ ਦੀ ਸ਼ੁਰੂਆਤ ਹੈ, ਜੋ ਕਿ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਇਤਿਹਾਸਕਾਰਾਂ ਤੋਂ ਜਾਣਕਾਰੀ ਮਿਲਦੀ ਹੈ ਜੀ। ਤੇ ਜੇਕਰ ਗੱਲ ਕਰਾਂ ਮੈਂ ਗੱਤਕਾ ਖੇਡ ਦੇ ਮਕਸਦ ਦੀ ਵੀ, ਇਹ ਕਿਸ ਮਕਸਦ ਨਾਲ ਖੇਡੀ ਜਾਂਦੀ ਹੈ, ਤਾਂ ਇਸ ਦਾ ਸ਼ੁਰੂਆਤ ਕਰਨ ਦਾ ਮਕਸਦ ਕੀ ਸੀ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਆਦਿਕਾਲ ਦੇ ਸਮੇਂ ਦੇ ਵਿੱਚ ਜਾਨ ਅਤੇ ਮਾਲ ਦੀ ਰੱਖਿਆ ਲਈ ਹਰ ਮਨੁੱਖ ਆਪਣੇ ਨਾਲ ਕੋਈ ਨਾ ਕੋਈ ਡੰਡਾ ਜਾਂ ਸੋਟਾ ਨਾਲ ਰੱਖਦਾ ਸੀ। ਤਾਂ ਗੁਰੂ ਸਾਹਿਬ ਦਾ ਵੀ ਵਚਨ ਹੈ ਵੀ ਆਪਣੀ ਜਾਨ ਅਤੇ ਮਾਲ ਦੀ ਰੱਖਿਆ ਲਈ ਸਿੱਖ ਨੂੰ ਜਿੱਥੇ ਬਾਣੀ ਦੇ ਨਾਲ ਧਾਰ ਨਹੀਂ ਹੋਣਾ ਚਾਹੀਦਾ, ਉੱਥੇ ਹੀ ਸ਼ਸਤਰ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਸ਼ਸਤਰ ਰੱਖਣ ਦਾ ਮਕਸਦ ਇਹ ਹੈ ਵੀ ਕਿਸੇ ਤੇ ਨਜਾਇਜ਼ ਹਮਲਾ ਨਹੀਂ ਕਰਨਾ। ਸ਼ਸਤਰ ਰੱਖਣ ਦਾ ਮਕਸਦ ਇਹ ਹੈ ਵੀ ਗਰੀਬ ਅਤੇ ਗਊ ਦੀ ਰੱਖਿਆ ਕਰਨੀ ਹੈ, ਆਪਣੇ ਜਾਨ ਅਤੇ ਮਾਲ ਦੀ ਰੱਖਿਆ ਕਰਨੀ ਹੈ, ਆਪਣੇ ਵਿਚਾਰਾਂ ਦੀ ਰੱਖਿਆ ਕਰਨੀ ਹੈ। ਸੋ ਗੁਰੂ ਗੋਬਿੰਦ ਸਿੰਘ ਵੱਲੋਂ ਵੀ ਸਾਨੂੰ ਹੁਕਮ ਹੈ ਵੀ ਖਾਲਸੇ ਨੂੰ, ਜਿਸ ਸਮੇਂ 1699 ਵਿੱਚ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਾਜਨਾ ਕੀਤੀ ਹੈ, ਉਸ ਸਮੇਂ ਸਾਨੂੰ 5 ਕਕਾਰ ਬਖਸ਼ੇ ਸੀ। 5 ਕਕਾਰਾਂ ਵਿੱਚੋਂ ਇੱਕ ਜੋ ਕਕਾਰ ਸੀ ਉਹ ਕਿਰਪਾਨ ਸੀ। ਕਿਰਪਾਨ ਦੇਣ ਦਾ ਮਕਸਦ ਇਹ ਸੀ ਵੀ ਅਸੀਂ ਗਰੀਬ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਹੈ। ਉਸ ਵਿੱਚੋਂ ਕਕਾਰਾਂ ਵਿੱਚੋਂ ਜੋ ਸ਼ਸਤਰ ਸੀ, ਇੱਕ ਕਿਰਪਾਨ ਸਾਨੂੰ ਬਖਸ਼ੀ ਗਈ ਸੀ। ਇਸ ਦਾ ਮਕਸਦ ਇਹ ਸੀ ਵੀ ਅਸੀਂ ਜ਼ੁਲਮ ਦੇ ਖਿਲਾਫ ਜੋ ਹੈਗੀ ਅਸੀਂ ਆਵਾਜ਼ ਆਪਣੀ ਬੁਲੰਦ ਕਰਨੀ ਹੈ। ਜੀ ਤਲਵਿੰਦਰ ਸਿੰਘ ਜੀ, ਗੱਤਕਾ ਅੱਜ ਦੇ ਸਮੇਂ ਦੇ ਵਿੱਚ ਇੱਕ ਖੇਡ ਹੈ ਤੇ ਜਿਸ ਦੇ ਵੱਖੋ ਵੱਖਰੇ ਮੁਕਾਬਲੇ ਵੀ ਕਰਵਾਏ ਜਾਂਦੇ ਆ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪੁਰਾਣੇ ਸਮੇਂ ਦੇ ਗੱਤਕੇ ਤੇ ਅੱਜ ਦੇ ਗੱਤਕੇ ਦੇ ਵਿੱਚ ਤੁਸੀਂ ਕੀ ਅੰਤਰ ਮਹਿਸੂਸ ਕਰਦੇ ਹੋ? ਜੀ ਹਾਂ ਦਮਨ, ਅਜੋਕੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਜੇ ਗੱਤਕਾ ਖੇਡ ਦੀ ਗੱਲ ਕਰੀਏ, ਗੱਤਕਾ ਖੇਡ ਨੇ ਕਾਫੀ ਤਰੱਕੀ ਕੀਤੀ ਹੈ। ਇਸ ਖੇਡ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ। ਜਿਸ ਤਰ੍ਹਾਂ ਅਦਰ ਗੇਮ ਦੇ ਮੁਕਾਬਲੇ ਕਰਾਏ ਜਾਂਦੇ ਹਨ, ਇਸ ਤਰ੍ਹਾਂ ਹੀ ਗੱਤਕਾ ਖੇਡ ਦੇ ਵੱਖ-ਵੱਖ ਮੁਕਾਬਲੇ ਕਰਾਏ ਜਾਂਦੇ ਹਨ। ਭਾਵੇਂ ਉਹ ਅਸੀਂ ਸਕੂਲ ਲੈਵਲ ਤੇ ਕਹਿ ਲਈਏ, ਜਾਂ ਫਿਰ ਅਸੀਂ ਯੂਨੀਵਰਸਿਟੀ ਲੈਵਲ ਤੇ ਕਹਿ ਲਈਏ, ਜਾਂ ਫਿਰ ਅਸੀਂ ਵਿਰਾਸਤੀ ਤੌਰ ਤੇ ਕਹਿ ਲਈਏ, ਜਾਂ ਫਿਰ ਅਸੀਂ ਆਪਣੇ ਅਲੱਗ ਫੈਡਰੇਸ਼ਨਾਂ ਵੱਲੋਂ ਜੋ ਕਿ ਸਾਲਾਨਾ ਮੁਕਾਬਲੇ ਇਸ ਦੇ ਕਰਵਾਏ ਜਾਂਦੇ ਹਨ। ਗੱਤਕਾ ਖੇਡ ਦੇ ਡਿਫਰੈਂਟ ਮੁਕਾਬਲੇ ਹਰ ਇੱਕ ਸੰਸਥਾ ਵੱਲੋਂ ਕਰਵਾਏ ਜਾਂਦੇ ਹਨ। ਭਾਵੇਂ ਉਹ ਸਰਕਾਰੀ ਤੌਰ ਤੇ ਲਗਾ ਲਓ ਤੁਸੀਂ, ਭਾਵੇਂ ਉਹ ਫੈਡਰੇਸ਼ਨ ਤੌਰ ਤੇ ਲਗਾ ਲਓ, ਭਾਵੇਂ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦੇ ਸਾਲਾਨਾ ਮੁਕਾਬਲੇ ਕਰਵਾਏ ਜਾਂਦੇ ਹਨ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਪੁਰਾਤਨ ਸਮੇਂ ਵਿੱਚ ਗੱਤਕਾ ਖੇਡ ਜੋ ਕਿ ਇੱਕ ਨਗਰ ਕੀਰਤਨਾਂ ਦੀ ਖੇਡ ਸੀ ਤੇ ਅਖਾੜਿਆਂ ਵਿੱਚ ਖੇਡੀ ਜਾਣ ਵਾਲੀ ਖੇਡ, ਜਿਸ ਨੂੰ ਉੱਥੋਂ ਗੱਤਕਾ ਖੇਡ ਨੂੰ ਲੈ ਕੇ ਉਸਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਨੇ, ਨਿਯਮਾਂ ਵਾਲੀ ਬਣਾਈ ਗਈ ਹੈ। ਪੁਰਾਤਨ ਸਮੇਂ ਦੇ ਵਿੱਚ ਜੋ ਗੱਤਕਾ ਖੇਡ ਹੈ ਬਿਨਾਂ ਨਿਯਮਾਂ ਵਾਲੀ, ਵਿਦਾਊਟ ਰੂਲ ਰੈਗੂਲੇਸ਼ਨ ਹੀ ਖੇਡੀ ਜਾਂਦੀ ਸੀ, ਜੋ ਕਿ ਖੁੱਲੇ ਤੌਰ ਤੇ ਇਸ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ। ਤੇ ਜੋ ਅੱਜ ਦੇ ਸਮੇਂ ਵਿੱਚ ਹੈ, ਇਸ ਨੂੰ ਨਿਯਮਾਂ ਵਾਲੀ ਤੌਰ ਤੇ ਹੀ ਇਸ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਜੀ ਸਰ, ਗੱਤਕੇ ਦੇ ਪ੍ਰਦਰਸ਼ਨ ਦੇ ਦੌਰਾਨ ਬਹੁਤ ਸਾਰੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਤਕਨੀਕਾਂ ਦਾ ਜ਼ਿਕਰ ਸਾਡੇ ਦਰਸ਼ਕਾਂ ਦੇ ਨਾਲ ਕਰੋ ਤੇ ਨਾਲ ਹੀ ਦੱਸੋ ਕਿ ਜਦੋਂ ਗੱਤਕੇ ਦੇ ਪ੍ਰਦਰਸ਼ਨ ਦਿਖਾਏ ਜਾਂਦੇ ਆ ਤਾਂ ਕਿਹੜੇ-ਕਿਹੜੇ ਸ਼ਸਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ? ਜੀ ਦਮਨ, ਜੇਕਰ ਮੈਂ ਤਕਨੀਕ ਦੀ ਗੱਲ ਕਰਾਂ
ਖੇਡ ਨੂੰ ਸਿੱਖਣ ਦੇ ਲਈ ਹਰ ਖੇਡ ਦੇ ਵਿੱਚ ਤਕਨੀਕਾਂ ਹੁੰਦੀਆਂ ਹਨ। ਗੱਤਕਾ ਖੇਡ ਦੇ ਵਿੱਚ ਜੇ ਤਕਨੀਕਾਂ ਦੀ ਗੱਲ ਕਰੀਏ, ਗੱਤਕਾ ਖੇਡ ਸਿੱਖਣ ਦੇ ਲਈ ਪਹਿਲਾਂ 4 ਪੈਰ, ਉਸ ਤੋਂ ਬਾਅਦ 10 ਵਾਰ, 10 ਵਾਰ ਤੋਂ ਬਾਅਦ ਉਤਰਾਈ ਹੋ ਗਈ, ਚੜ੍ਹਾਈ ਹੋ ਗਈ। ਉਤਰਾਈ ਚੜ੍ਹਾਈ ਤੋਂ ਬਾਅਦ ਜੇ ਗੱਲ ਕਰਾਂ ਮੈਂ, ਡਿਫੈਂਸ ਅਤੇ ਅਟੈਕ, ਵਾਰ ਰੋਕਣਾ ਅਤੇ ਵਾਰ ਮਾਰਨਾ। ਇਸ ਤਰ੍ਹਾਂ ਜੋ ਮੇਨਲੀ ਇਹ ਤਕਨੀਕਾਂ ਹੈ ਬਿਗਨਰ ਪਲੇਅਰ ਲਈ ਪਹਿਲਾਂ ਆਪਾਂ ਯੂਜ਼ ਕਰਦੇ ਹਾਂ। ਪੈਂਤਰਾ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਤਕਨੀਕ ਹੈ ਗੱਤਕੇ ਦੇ ਵਿੱਚ। ਪੈਂਤਰਾ ਜੋ ਹੈਗਾ ਹਰ ਇੱਕ ਸ਼ਸਤਰ ਪ੍ਰਦਰਸ਼ਨ ਵਿੱਚ ਅਤੇ ਫਾਈਟ ਦੇ ਦੌਰਾਨ ਇਸ ਤਕਨੀਕ ਦਾ ਯੂਜ਼ ਕੀਤਾ ਜਾਂਦਾ ਹੈ। ਇਹ ਮੇਨਲੀ ਤਕਨੀਕਾਂ ਜੋ ਮੈਂ ਤੁਹਾਨੂੰ ਦੱਸੀਆਂ ਹਨ, ਇਹ ਗੱਤਕਾ ਖੇਡ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਹਨ। ਤੇ ਦੂਸਰਾ ਤੁਸੀਂ ਮੈਨੂੰ ਪੁੱਛਿਆ ਵੀ ਗੱਤਕਾ ਖੇਡ ਦੇ ਵਿੱਚ ਪ੍ਰਦਰਸ਼ਨ ਸਮੇਂ ਕਿਹੜੇ-ਕਿਹੜੇ ਸ਼ਸਤਰਾਂ ਦਾ ਯੂਜ਼ ਕੀਤਾ ਜਾਂਦਾ ਹੈ। ਮੈਂ ਤੁਹਾਨੂੰ ਦੱਸਦਾ ਵੀ ਗੱਤਕੇ ਦੇ ਜੋ ਮੁਕਾਬਲੇ ਆ 2 ਤਰ੍ਹਾਂ ਦੇ ਤਰੀਕੇ ਨਾਲ ਕਰਵਾਏ ਜਾਂਦੇ ਹਨ। ਇੱਕ ਜੋ ਹੈਗਾ ਗੱਤਕਾ ਫਾਈਟ ਤੇ ਦੂਸਰਾ ਹੈਗਾ ਸ਼ਸਤਰ ਪ੍ਰਦਰਸ਼ਨ, ਜਿਹਨੂੰ ਅਸੀਂ ਡੈਮੋਸਟ੍ਰੇਸ਼ਨ ਕਹਿ ਦਿੰਦੇ ਹਾਂ। ਡੈਮੋਸਟ੍ਰੇਸ਼ਨ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਜੋ ਹੈਗੇ ਆ ਸ਼ਸਤਰ ਯੂਜ਼ ਕੀਤੇ ਜਾਂਦੇ ਹਨ। ਉਹ ਜੋ ਸ਼ਸਤਰਾਂ ਦੇ ਮੈਂ ਤੁਹਾਨੂੰ ਨਾਮ ਦੀ ਗੱਲ ਕਰਾਂ, ਮੇਨਲੀ ਜੋ ਸ਼ਸਤਰ ਹੈਗੇ ਆ, ਸਾਡਾ ਖੰਡਾ ਹੈਗਾ 2 ਧਾਰਾ, ਉਸ ਤੋਂ ਬਾਅਦ ਸਿੰਗਲ ਸਟਿਕ ਹੈਗੀ ਹੈ ਜੋ ਕਿ ਆਪਸ ਦੇ ਵਿੱਚ 2 ਪਲੇਅਰ ਖੇਡਦੇ ਹਨ। ਫਰੀ ਸੋਟੀ ਹੈਗੀ ਹੈ, ਫਰੀ ਸੋਟੀ ਤੋਂ ਬਾਅਦ ਢਾਲ ਕਟਾਰ ਹੈਗੀ ਹੈ, ਢਾਲ ਕਿਰਪਾਨ ਹੈਗੀ ਹੈ, ਨੇਜਾ ਹੈਗਾ ਤੇ ਉਸ ਤੋਂ ਬਾਅਦ ਚੱਕਰ ਹੈਗਾ, ਗੰਡਾਸੀ ਹੈਗੀ ਹੈ। ਇਸ ਤਰ੍ਹਾਂ ਡਿਫਰੈਂਟ ਸ਼ਸਤਰ ਜੋ ਕਿ ਹੈ ਗੱਤਕਾ ਡੈਮੋਸਟ੍ਰੇਸ਼ਨ ਦੇ ਵਿੱਚ, ਗੱਤਕਾ ਪ੍ਰਦਰਸ਼ਨ ਦੇ ਵਿੱਚ ਪਲੇਅਰਾਂ ਦੁਆਰਾ ਯੂਜ਼ ਕੀਤੇ ਜਾਂਦੇ ਹਨ। ਤੇ ਉਹਦਾ ਇੱਕ ਨਿਰਧਾਰਤ ਸਮਾਂ ਹੈ ਵੀ ਇਸ ਸਮੇਂ ਦੇ ਵਿੱਚ ਤੁਸੀਂ ਇਹ ਸ਼ਸਤਰਾਂ ਦਾ ਪ੍ਰਦਰਸ਼ਨ ਕਰਨਾ ਹੈ। ਤੇ ਪ੍ਰਦਰਸ਼ਨ ਕਰਦੇ ਸਮੇਂ ਖਿਡਾਰੀਆਂ ਦੀ ਜਜਮੈਂਟ ਜੋ ਗੱਤਕੇ ਦੇ ਵਿੱਚ ਨਿਪੁੰਨ ਉਸਤਾਦ ਹਨ, ਉਹਨਾਂ ਦੁਆਰਾ ਕੀਤੀ ਜਾਂਦੀ ਹੈ ਵੀ ਉਹ ਕਿਸ ਤਰ੍ਹਾਂ ਉਸ ਸ਼ਸਤਰ ਨੂੰ ਯੂਜ਼ ਕਰ ਰਹੇ ਹਨ ਤੇ ਕਿਸ ਤਰ੍ਹਾਂ ਉਹਨਾਂ ਦੀ ਪੈਰਾਂ ਦੀ ਚਾਲ ਹੈ, ਪੈਂਤਰਾ ਸਹੀ ਹੈ ਜਾਂ ਨਹੀਂ ਹੈ, ਕਿਸ ਤਰ੍ਹਾਂ ਸ਼ਸਤਰ ਦਾ ਸਤਿਕਾਰ ਕਰਦੇ ਹਨ ਕਿ ਨਹੀਂ। ਉਸ ਦੇ ਆਧਾਰ ਤੇ ਹੀ ਇਹ ਨੰਬਰ ਲਗਾ ਕੇ ਟੀਮਾਂ ਦਾ ਰਿਜ਼ਲਟ ਕੱਢਿਆ ਜਾਂਦਾ ਹੈ। ਜੀ ਸਰ, ਜਿਨ੍ਹਾਂ ਸ਼ਸਤਰਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਗੱਤਕੇ ਦੇ ਪ੍ਰਦਰਸ਼ਨ ਦੇ ਦੌਰਾਨ ਇਹਨਾਂ ਸਾਰੇ ਸ਼ਸਤਰਾਂ ਨੂੰ ਵਰਤਣਾ ਲਾਜ਼ਮੀ ਹੁੰਦਾ ਹੈ ਜਾਂ ਫਿਰ ਨਹੀਂ? ਹਾਂਜੀ ਦਮਨ, ਜੋ ਮੈਂ ਸ਼ਸਤਰਾਂ ਤੁਹਾਨੂੰ ਜ਼ਿਕਰ ਕੀਤਾ ਹੈ, ਇਹ ਸ਼ਸਤਰ ਦਾ ਪ੍ਰਦਰਸ਼ਨ ਕਰਨਾ ਬਿਲਕੁਲ ਲਾਜ਼ਮੀ ਹੈ। ਜੇਕਰ ਆਪਾਂ ਪ੍ਰਦਰਸ਼ਨੀ ਦੇ ਵਿੱਚ ਮੁਕਾਬਲੇ ਪ੍ਰਦਰਸ਼ਨੀ ਦੀ ਗੱਲ ਕਰੀਏ ਤਾਂ ਸ਼ਸਤਰ ਪ੍ਰਦਰਸ਼ਨ ਦੇ ਮੁਕਾਬਲੇ ਸਮੇਂ ਇਸ ਦੇ ਰੂਲ ਰੈਗੂਲੇਸ਼ਨ ਬਣੇ ਹੁੰਦੇ ਹਨ। ਇੱਕ ਸ਼ਸਤਰ ਨੂੰ ਅਸੀਂ 2 ਵਾਰੀ ਨਹੀਂ ਪ੍ਰਦਰਸ਼ਨ ਕਰ ਸਕਦੇ। ਤੇ ਜੇਕਰ ਮੈਂ ਨਗਰ ਕੀਰਤਨ ਦੀ ਗੱਲ ਕਰਾਂ ਤਾਂ ਉਸ ਸਮੇਂ ਖਿਡਾਰੀ ਆਪਣੀ ਮਰਜ਼ੀ ਨਾਲ ਹੀ ਅਲੱਗ-ਅਲੱਗ ਸ਼ਸਤਰਾਂ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਸਾਰੇ ਸ਼ਸਤਰਾਂ ਦਾ ਪ੍ਰਦਰਸ਼ਨ ਕਰਨਾ ਲਾਜ਼ਮੀ ਹੈ। ਅਗਰ ਡੈਮੋਸਟ੍ਰੇਸ਼ਨ ਦੀ ਗੱਲ ਕਰਾਂ ਮੈਂ ਪ੍ਰਦਰਸ਼ਨੀ ਮੁਕਾਬਲੇ ਦੀ, ਉਸ ਸਮੇਂ ਸ਼ਸਤਰ ਨੂੰ ਨਿਰਧਾਰਤ ਸਮੇਂ ਲਈ ਘੁਮਾਇਆ ਜਾਂਦਾ ਹੈ। ਇੱਕ ਸ਼ਸਤਰ ਨੂੰ ਅਸੀਂ 2 ਵਾਰੀ ਨਹੀਂ ਪ੍ਰਦਰਸ਼ਨ ਕਰ ਸਕਦੇ। ਸਰ, ਅੱਜ ਕੱਲ ਅਸੀਂ ਦੇਖਦੇ ਆ ਕਈ ਵਾਰੀ ਕੀ ਹੁੰਦਾ ਕਿ ਗੱਤਕੇ ਦੇ ਪ੍ਰਦਰਸ਼ਨ ਦੇ ਦੌਰਾਨ ਕਈ ਲੋਕ ਜਿਹੜੇ ਅੱਖਾਂ ਤੇ ਪੱਟੀ ਬੰਨ ਕੇ ਕਿਸੇ ਚੀਜ਼ ਨੂੰ ਤੋੜਦੇ ਆ ਜਾਂ ਫਿਰ ਕਈ ਸਾਰਾ ਸਮਾਨ ਰੱਖ ਕੇ ਉਸ ਨੂੰ ਤੋੜਿਆ ਜਾਂਦਾ ਹੈ। ਇਹ ਗੱਤਕੇ ਦਾ ਹਿੱਸਾ ਹੈ ਜਾਂ ਨਹੀਂ, ਇਸ ਬਾਰੇ ਤੁਹਾਡੀ ਕੀ ਰਾਏ ਹੈ? ਹਾਂਜੀ ਦਮਨ, ਦੇਖੋ ਜੋ ਗੱਤਕੇ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਗੱਤਕੇ ਦੇ ਪ੍ਰਦਰਸ਼ਨ ਸਮੇਂ ਗੱਤਕੇ ਦਾ ਪ੍ਰਦਰਸ਼ਨ ਉਹ ਹੈ ਜਿਸ ਦੇ ਵਿੱਚ ਸ਼ਸਤਰ ਪ੍ਰਦਰਸ਼ਨ ਕਰਿਆ ਜਾਂਦਾ ਹੈ, ਜਿਸ ਨੂੰ ਆਪਾਂ ਸ਼ਸਤਰ ਪ੍ਰਦਰਸ਼ਨ ਕਹਿ ਦਿੰਦੇ ਆ। ਦੂਸਰੇ ਨਾਮ ਨਾਲ ਆਪਾਂ ਗੱਤਕਾ ਵੀ ਕਹਿ ਦਿੰਦੇ ਆ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਤੁਹਾਡੇ ਚੈਨਲ ਦੇ ਰਾਹੀਂ ਸੰਗਤ ਨੂੰ ਦੱਸਣਾ ਚਾਹੁੰਦਾ ਵੀ ਜੋ ਅੱਖਾਂ ਤੇ ਪੱਟੀ ਬੰਨ ਕੇ ਜਾਂ ਟਿਊਬਾਂ ਤੋੜਨੀਆਂ ਜਾਂ ਕੱਚ ਖਾਣਾ, ਉਹ ਗੱਤਕੇ ਦਾ ਪ੍ਰਦਰਸ਼ਨ ਨਹੀਂ ਹੈ, ਸ਼ਸਤਰ ਵਿਦਿਆ ਦਾ ਪਾਰਟ ਨਹੀਂ ਹੈ। ਉਹ ਸਿਰਫ ਤੇ ਸਿਰਫ ਇੱਕ ਸਟੰਟਬਾਜ਼ੀ ਹੈ ਜੋ ਕਿ ਇੱਕ ਇੰਟਰਟੇਨਮੈਂਟ ਦੇ ਲਈ, ਦਰਸ਼ਕਾਂ ਨੂੰ ਦਿਖਾਉਣ ਦੇ ਲਈ ਸਟੰਟਬਾਜ਼ੀ ਕੀਤੀ ਜਾਂਦੀ ਹੈ। ਇਹ ਕੋਈ ਗੱਤਕੇ ਦਾ ਆਪਾਂ ਕਹਿ ਸਕਦੇ ਹਾਂ, ਸਿੱਧੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਗੱਤਕੇ ਦਾ ਕੋਈ ਪਾਰਟ ਨਹੀਂ ਹੈ। ਜੀ ਸਰ, ਹੁਣ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਗੱਤਕੇ ਦੇ ਕਿਹੜੇ-ਕਿਹੜੇ ਮੁਕਾਬਲੇ ਹੁੰਦੇ ਆ ਤੇ ਇਸ ਦੇ ਵਿੱਚੋਂ ਪ੍ਰਾਪਤ ਕੀਤੇ ਗਏ ਸਰਟੀਫਿਕੇਟਾਂ ਦੀ ਗ੍ਰੇਡੇਸ਼ਨ ਹੁੰਦੀ ਹੈ ਜਾਂ ਫਿਰ ਨਹੀਂ? ਹਾਂਜੀ ਦਮਨ, ਗੱਤਕੇ ਦੇ ਜੋ ਮੁਕਾਬਲੇ ਆ, ਗੱਤਕੇ ਦੇ ਮੁਕਾਬਲੇ 2 ਤਰੀਕੇ ਨਾਲ ਕਰਵਾਏ ਜਾਂਦੇ ਹਨ, ਜਿਹਨੂੰ ਆਪਾਂ 2 ਪ੍ਰਕਾਰ ਦੇ ਕਹਿ ਦਿੰਦੇ ਆ। ਇੱਕ ਤਾਂ ਹੋ ਗਿਆ ਗੱਤਕਾ ਫਾਈਟ, ਜੋ ਕਿ ਇੱਕ ਸਟਿਕ ਦੇ ਨਾਲ ਹੀ ਕਰਾਏ ਜਾਂਦੇ ਹਨ, ਜੋ ਕਿ ਇੱਕ ਗੱਤਕਾ ਫਾਈਟ ਆਪਸ ਦੇ ਵਿੱਚ 2 ਖਿਡਾਰੀ ਕੰਬੈਟ ਫਾਈਟ ਹੁੰਦੀ ਹੈ। ਤੇ ਦੂਸਰਾ ਜੋ ਗੱਤਕੇ ਦਾ ਮੁਕਾਬਲਾ ਹੈਗਾ ਉਹ ਹੈਗਾ ਡੈਮੋਸਟ੍ਰੇਸ਼ਨ, ਸ਼ਸਤਰਾਂ ਦੀ ਪ੍ਰਦਰਸ਼ਨ। ਉਹ ਨਿਰਧਾਰਤ ਸਮੇਂ ਲਈ 8 ਤੋਂ 10 ਖਿਡਾਰੀ ਗੱਤਕੇ ਦਾ ਪ੍ਰਦਰਸ਼ਨ ਕਰਦੇ ਹਨ, ਵੱਖ-ਵੱਖ ਸ਼ਸਤਰਾਂ ਦਾ ਪ੍ਰਦਰਸ਼ਨ ਕਰਦੇ ਹਨ। ਉਹ ਵੀ ਉਹਨਾਂ ਦੀ ਜਜਮੈਂਟ ਕਰਕੇ ਉਹਨਾਂ ਦੇ ਨੰਬਰ ਲਗਾਏ ਜਾਂਦੇ ਹਨ। 2 ਤਰ੍ਹਾਂ ਗੱਤਕੇ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਵਿਰਾਸਤੀ ਖੇਡ ਹੈ ਸਾਡੀ, ਜਾਂ ਫਿਰ ਇੱਕ ਆਪਾਂ ਕਹਿ ਲਈਏ ਵੀ ਗੱਤਕੇ ਨੂੰ ਗਵਰਨਮੈਂਟ ਤੌਰ ਤੇ ਸਕੂਲਾਂ ਵਿੱਚ, ਯੂਨੀਵਰਸਿਟੀ ਲੈਵਲ ਤੇ ਇਹਨਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਦੂਸਰਾ ਤੁਸੀਂ ਮੈਨੂੰ ਪੁੱਛਿਆ ਸੀ ਗੱਤਕੇ ਦੀ ਗ੍ਰੇਡੇਸ਼ਨ ਬਾਰੇ। ਬਾਕੀ ਮੈਂ ਤੁਹਾਡਾ ਜਿਹੜਾ ਸਵਾਲ ਹੈ ਬਹੁਤ ਚੰਗਾ ਹੈ। ਗੱਤਕਾ ਖਿਡਾਰੀਆਂ ਨੂੰ ਵੀ ਮੈਂ ਦੱਸ ਦਵਾਂ, ਕੁਝ ਸਾਡੇ ਗੱਤਕਾ ਖਿਡਾਰੀ ਹੈਗੇ ਜਿਨ੍ਹਾਂ ਨੂੰ ਗੱਤਕਾ ਦੀ ਗ੍ਰੇਡੇਸ਼ਨ ਬਾਰੇ ਨਹੀਂ ਪਤਾ ਹੈਗਾ। ਗੱਤਕਾ ਦੀ ਜੋ ਖੇਡ ਹੈ, ਇਸ ਦੀ ਗ੍ਰੇਡੇਸ਼ਨ ਪੰਜਾਬ ਸਪੋਰਟਸ ਡਿਪਾਰਟਮੈਂਟ ਵੱਲੋਂ ਬਿਲਕੁਲ ਕੀਤੀ ਜਾਂਦੀ ਹੈ ਜੀ, ਜੋ ਕਿ ਆਪਣੇ ਸਕੂਲ ਲੈਵਲ ਤੇ ਜਾਂ ਫਿਰ ਯੂਨੀਵਰਸਿਟੀ ਲੈਵਲ ਤੇ ਜੋ ਮੁਕਾਬਲੇ ਕਰਵਾਏ ਜਾਂਦੇ ਹਨ, ਉਹ ਮੁਕਾਬਲਿਆਂ ਦਾ ਸਰਟੀਫਿਕੇਟ ਲੈ ਕੇ ਆਪਾਂ ਇਸ ਦੀ ਗ੍ਰੇਡੇਸ਼ਨ ਕਰਵਾ ਕੇ ਆਉਣ ਵਾਲੇ ਸਮੇਂ ਦੇ ਫਿਊਚਰ ਦੇ ਵਿੱਚ ਆਪਾਂ
ਇਸ ਸਰਟੀਫਿਕੇਟ ਦਾ ਸਾਡੀ ਨੌਕਰੀ ਲੈਣ ਦੇ ਵਿੱਚ ਅਸੀਂ ਫਾਇਦਾ ਲੈ ਸਕਦੇ ਹਾਂ। ਜੀ ਸਰ, ਗੱਤਕਾ ਸਿੱਖਣ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਤੇ ਆਪਣੇ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਇਨਸਾਨ ਨੂੰ ਰਹਿਣਾ ਪੈਂਦਾ ਹੈ। ਅੱਜ ਦੇ ਸਮੇਂ ਦੇ ਵਿੱਚ ਲੋਕ ਕਿੰਨੀ ਕੁ ਤਰਜੀਹ ਦਿੰਦੇ ਆ ਗੱਤਕਾ ਸਿੱਖਣ ਨੂੰ? ਜੀ ਦਮਨ, ਦੇਖੋ ਕਿਸੇ ਵੀ ਕੰਮ ਨੂੰ ਕਰਨ ਲਈ ਮਿਹਨਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤਰ੍ਹਾਂ ਹੀ ਗੱਤਕਾ ਸ਼ਸਤਰ ਵਿੱਦਿਆ ਹੈ ਜੋ ਇਸ ਨੂੰ ਸਿੱਖਣ ਦੇ ਲਈ ਸਾਨੂੰ ਸਟਾਰਟਿੰਗ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜੋ ਕਿ ਮੈਂ ਤੁਹਾਨੂੰ ਦੱਸਿਆ ਸੀ ਜਿਹੜੀਆਂ ਤਕਨੀਕਾਂ ਨੇ, ਇਹਦੀਆਂ ਤਕਨੀਕਾਂ ਸਾਰੀਆਂ ਸਿੱਖਣੀਆਂ ਪੈਂਦੀਆਂ ਹਨ। ਤਕਨੀਕ ਦੇ ਆਧਾਰ ਤੇ ਹੀ ਖਿਡਾਰੀ ਗੱਤਕਾ ਫਾਈਟ ਦੇ ਮਿਹਨਤ ਕਰਨ ਦੇ ਲਈ ਸਾਨੂੰ ਸਵੇਰੇ ਜਾਂ ਸ਼ਾਮ ਦਾ ਸਮਾਂ, ਜੇ ਤੁਸੀਂ 2 ਟਾਈਮ ਕਰ ਸਕਦੇ ਹੋ ਮਿਹਨਤ ਤਾਂ ਜ਼ਿਆਦਾ ਵਧੀਆ ਹੈਗਾ। ਇਸ ਲਈ ਪ੍ਰਦਰਸ਼ਨ ਜਾਂ ਗੱਤਕਾ ਫਾਈਟ ਵਧੀਆ ਰੱਖਣ ਦੇ ਲਈ, ਚੰਗਾ ਖਿਡਾਰੀ ਬਣਨ ਲਈ ਸਾਨੂੰ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਤੁਸੀਂ ਦੂਸਰਾ ਕੁਐਸਚਨ ਪੁੱਛਿਆ ਸਾਨੂੰ ਵੀ ਇਸ ਦੇ ਵਿੱਚ ਖਿਡਾਰੀ ਜਾਂ ਸਿੱਖਣ ਵਾਲੇ ਸਿਖਿਆਰਥੀ ਨੇ ਉਹ ਕਿੰਨੀ ਕੁ ਤਰਜੀਹ ਦਿੰਦੇ ਹਨ। ਆਹ ਲੋਕਡਾਊਨ ਦਾ ਸਮਾਂ ਜੋ ਪਿੱਛੇ ਲੋਕਡਾਊਨ ਜੋ ਚੱਲ ਰਿਹਾ ਹੈ, ਇਹ ਸਮੇਂ ਦੌਰਾਨ ਦੇਖਿਆ ਵੀ ਸਾਡੀ ਜਿਹੜੀ ਸੋਸ਼ਲ ਮੀਡੀਆ ਤੇ ਸਾਡੀ ਪ੍ਰੋਫਾਈਲ ਹੈ ਜਾਂ ਸਾਡਾ YouTube ਚੈਨਲ ਬਣਿਆ ਹੈ, ਉਸ ਤੇ ਮੈਨੂੰ ਆਪਣੇ WhatsApp ਤੇ ਜਾਂ ਕਈ ਫੋਨ ਕਾਲ ਆਏ ਜਿਹਦੇ ਵਿੱਚ ਕਾਫੀ ਜ਼ਿਆਦਾ ਗਰਲਸ ਦੀ ਹੈਗੀ ਸੀ। ਗਰਲਸ ਨੇ ਮੈਨੂੰ ਕਾਲ ਕੀਤੀਆਂ ਵੀ ਅਸੀਂ ਇਸ ਖੇਡ ਦੇ ਨਾਲ ਜੁੜਨਾ ਹੈ, ਅਸੀਂ ਸੈਲਫ ਡਿਫੈਂਸ ਸਿੱਖਣਾ ਹੈ। ਬਾਹਰਲੀ ਕੰਟਰੀ ਤੋਂ ਵੀ ਸਾਨੂੰ ਬਕਾਇਦਾ ਫੋਨ ਆਏ ਵੀ ਅਸੀਂ ਗੱਤਕਾ ਖੇਡ ਸਿੱਖਣੀ ਹੈ, ਅਸੀਂ ਸਿੱਖਣ ਦੇ ਲਈ ਅਸੀਂ ਕਿਹੜਾ ਸਮਾਂ ਤੁਸੀਂ ਸਾਨੂੰ ਦੇ ਸਕਦੇ ਹੋ। ਸੋ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵੀ ਗੱਤਕਾ ਖੇਡ ਦੀ ਟ੍ਰੇਨਿੰਗ ਆਹ ਲੋਕਡਾਊਨ ਦੇ ਸਮੇਂ ਦਿੱਤੀ ਹੈ। ਦੇਖੋ ਜੀ, ਸਿੱਖ ਸੰਗਤ ਦੇ ਜੋ ਪਨੀਰੀ ਹੈ ਬਹੁਤ ਜ਼ਿਆਦਾ ਇਸ ਨੂੰ ਤਰਜੀਹ ਦਿੰਦੀ ਹੈ। ਮੈਂ ਬੇਨਤੀ ਵੀ ਕਰਨਾ ਚਾਹਾਂਗਾ ਸਿੱਖ ਸੰਗਤ ਦੇ ਮਾਪਿਆਂ ਨੂੰ ਵੀ ਜ਼ਰੂਰ ਬਾਣੀ ਨਾਲ ਜੋ ਆਪਣੇ ਬੱਚਿਆਂ ਨੂੰ ਜੋੜਦੇ ਹਨ, ਕੀਰਤਨ ਨਾਲ ਜੋੜਦੇ ਹਨ, ਤਾਂ ਉਹ ਸਾਡੀ ਸ਼ਸਤਰ ਵਿੱਦਿਆ ਨਾਲ ਵੀ ਆਪਣੇ ਬੱਚਿਆਂ ਨੂੰ ਜੋੜਨ, ਤਾਂ ਜੋ ਅਸੀਂ ਆਪਣੀ ਇਹ ਖੇਡ ਹੈ ਇਸ ਨੂੰ ਅੱਗੇ ਤੱਕ ਲਿਜਾ ਸਕੀਏ ਤੇ ਅਸੀਂ ਸਿੱਖੀ ਨੂੰ ਜਾਂ ਬਾਣੇ ਨੂੰ ਕਾਇਮ ਕਰ ਸਕੀਏ। ਜੀ ਤਲਵਿੰਦਰ ਸਿੰਘ ਜੀ, ਬਹੁਤ ਸਾਰੇ ਲੋਕ ਗੱਤਕਾ ਸਿੱਖਣਾ ਚਾਹੁੰਦੇ ਆ ਪਰ ਉਹ ਡਰਦੇ ਇਸ ਦੀ ਮਿਹਨਤ ਤੋਂ। ਉਹਨਾਂ ਨੂੰ ਲੱਗਦਾ ਹੈ ਕਿ ਇਸ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਜਿਹੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜੀ ਮੈਡਮ, ਬਹੁਤ ਵਧੀਆ ਸਵਾਲ ਹੈਗਾ ਤੁਹਾਡਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਤਾਂ ਸਾਰੀ ਸੰਗਤ ਨੂੰ, ਸਾਰੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਜ਼ਰੂਰ ਇਸ ਵਿਰਾਸਤੀ ਖੇਡ ਨਾਲ ਜੁੜੋ। ਦੂਸਰੀ ਗੱਲ, ਤੁਸੀਂ ਡਰ ਦੀ ਗੱਲ ਕਰੀ ਹੈ ਵੀ ਉਹ ਡਰਦੇ ਨੇ ਜਾਂ ਫਿਰ ਉਹ ਮਿਹਨਤ ਨਹੀਂ ਕਰ ਸਕਦੇ ਜਾਂ ਫਿਰ ਉਹ ਸਿੱਖ ਨਹੀਂ ਸਕਦੇ। ਦੇਖੋ, ਕੋਈ ਵੀ ਕੰਮ ਹੈ ਅਗਰ ਬੰਦੇ ਦੇ ਅੰਦਰ ਇੱਛਾ ਹੋਏਗੀ ਤਾਂ ਉਹ ਜ਼ਰੂਰ ਸਿੱਖ ਸਕੇਗਾ। ਅਗਰ ਤੁਸੀਂ ਇੱਛਾ ਰੱਖ ਕੇ ਚੱਲੋਗੇ ਤਾਂ ਤੁਸੀਂ ਹਰ ਇੱਕ ਖਿਡਾਰੀ ਜਾਂ ਕਹਿ ਦਈਏ ਆਪਾਂ ਹਰ ਇੱਕ ਵਿਦਿਆਰਥੀ ਜਾਂ ਵਿਦਿਆਰਥਣ ਇਸ ਖੇਡ ਨਾਲ ਜੁੜ ਸਕਦਾ ਹੈ, ਸਿੱਖ ਸਕਦਾ ਹੈ। ਉਹ ਚਾਹੇ ਉਹ ਖਾੜੇ ਦੇ ਰੂਪ ਵਿੱਚ ਹੋਵੇ, ਚਾਹੇ ਉਹ ਕਿਸੇ ਗਰਾਊਂਡ ਦੇ ਰੂਪ ਵਿੱਚ ਵੀ ਹੋਵੇ, ਤਾਂ ਤੁਸੀਂ ਗੱਤਕਾ ਖੇਡ ਦੇ ਨਾਲ ਜੁੜ ਕੇ ਤੁਸੀਂ ਗੱਤਕਾ ਸਿੱਖ ਸਕਦੇ ਹੋ। ਕੋਈ ਡਰਨ ਦੀ ਲੋੜ ਨਹੀਂ ਹੈਗੀ। ਦੂਸਰੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ, ਜੇਕਰ ਤੁਸੀਂ ਗੱਤਕਾ ਸਿੱਖਣਾ ਚਾਹੁੰਦੇ ਹੋ, ਇਕੱਲੇ ਪੰਜਾਬ ਤੋਂ ਜਾਂ ਕਿਸੇ ਬਾਹਰਲੀ ਸਟੇਟ ਦੇ ਕਿਤੇ ਅਦਰ ਕੰਟਰੀ ਦੇ ਵਿੱਚ ਤੁਸੀਂ ਰਹਿੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰੇ ਕੋਲ ਸਾਰੇ ਜ਼ਿਆਦਾ ਤਕਰੀਬਨ ਓਵਰਆਲ ਜਿੰਨੇ ਹੀ ਗੱਤਕਾ ਦੇ ਪਲੇਟਫਾਰਮ ਤੇ ਕੰਮ ਕਰ ਰਹੇ ਉਸਤਾਦ ਸਾਰਿਆਂ ਦੇ ਤਕਰੀਬਨ ਕੰਟੈਕਟ ਹੈਗੇ ਹੈ। ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਉਹਨਾਂ ਦਾ ਕੰਟੈਕਟ ਲੈ ਸਕਦੇ ਹੋ। ਅਗਰ ਤੁਹਾਨੂੰ ਦੂਰ ਪੈਂਦਾ ਹੈ ਤਾਂ ਤੁਸੀਂ ਇਹ ਗੱਤਕਾ ਖੇਡ ਸਿੱਖ ਕੇ ਆਪਣੀ ਸਵੈ ਰੱਖਿਆ, ਸੈਲਫ ਡਿਫੈਂਸ ਕਰ ਸਕਦੇ ਹੋ। ਜੀ ਤਲਵਿੰਦਰ ਜੀ, ਅੱਜ ਦਾ ਯੁੱਗ ਪਦਾਰਥਵਾਦੀ ਯੁੱਗ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਹੈ ਹਰ ਇੱਕ ਚੀਜ਼ ਨੂੰ ਸਿੱਖਣ ਤੋਂ ਪਹਿਲਾਂ ਉਸਦੇ ਫਾਇਦੇ ਤੇ ਨੁਕਸਾਨ ਦੇਖਦੇ ਆ। ਜੇਕਰ ਆਪਾਂ ਗੱਤਕੇ ਦੀ ਗੱਲ ਕਰੀਏ ਤਾਂ ਗੱਤਕੇ ਨੂੰ ਸਿੱਖਣ ਦੇ ਕੀ ਫਾਇਦੇ ਹੋ ਸਕਦੇ ਆ? ਜੀ ਦਮਨ, ਤੁਹਾਡਾ ਬਹੁਤ ਅੱਛਾ ਕੁਐਸਚਨ ਹੈਗਾ ਜੀ। ਗੱਤਕਾ ਸਿੱਖਣ ਦੇ ਫਾਇਦੇ ਮੈਂ ਦੱਸ ਦਵਾਂ ਪਹਿਲਾਂ ਤੁਹਾਡੇ ਚੈਨਲ ਰਾਹੀਂ ਦਰਸ਼ਕਾਂ ਨੂੰ। ਫਸਟਲੀ, ਬੰਦਾ ਦੇਖੋ ਖੇਡ ਖੇਡਣ ਦੇ ਨਾਲ ਫਿਜ਼ੀਕਲ ਤੌਰ ਤੇ ਫਿਟ ਰਹੇਗਾ। ਦੂਸਰਾ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜਾ ਹੈਗਾ ਮੈਂਟਲੀ ਤੌਰ ਤੇ ਪ੍ਰਿਪੇਅਰ ਰਹੇਗਾ, ਉਹਦੀ ਮਾਨਸਿਕ ਜਿਹੜੀ ਹੈਗੀ ਆ ਉਹ ਇਕਾਗਰਤਾ ਵਧੇਗੀ। ਤੀਸਰਾ ਹੈਗਾ ਜਿਹੜਾ ਹੈਗਾ ਇਮੋਸ਼ਨਲੀ ਤੌਰ ਤੇ ਉਹ ਬੰਦਾ ਸਟਰੋਂਗ ਹੋਏਗਾ। ਚੌਥਾ ਹੈਗਾ ਸੋਸ਼ਲੀ ਤੌਰ ਤੇ। ਇਹ 4 ਜੋ ਮੇਨ ਫਾਇਦੇ ਹੈਗੇ ਆ ਖੇਡ ਖੇਡਣ ਦੇ, ਗੱਤਕਾ ਖੇਡ ਖੇਡਣ ਦੇ ਫਾਇਦੇ ਹੈਗੇ ਨੇ। ਬੰਦਾ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਰਹੇਗਾ ਜੀ, ਫਿਜ਼ੀਕਲ ਤੌਰ ਤੇ। ਦੂਸਰਾ ਜਿਹੜਾ ਤੁਹਾਨੂੰ ਦੱਸਿਆ ਸੀ ਮੈਂ ਕਿ ਮੈਂਟਲੀ ਤੌਰ ਤੇ, ਮੈਂਟਲ ਦੀ ਦੇਖੋ ਅਬਿਲਿਟੀ ਵਧੇਗੀ, ਕਿਉਂਕਿ ਜਦੋਂ ਗੱਤਕਾ ਪਲੇਅਰ ਆਪਸ ਦੇ ਵਿੱਚ ਫਾਈਟ ਕਰਦੇ ਹਨ ਤਾਂ ਜਿੰਨਾ ਜ਼ੋਰ ਉਹਦਾ ਸਰੀਰਕ ਪੱਖੋਂ ਲੱਗਦਾ ਹੈ ਤਾਂ ਉਹਨਾਂ ਜ਼ੋਰ ਹੀ ਉਹਦਾ ਦਿਮਾਗ ਪੱਖੋਂ ਹੀ ਰੱਖਦਾ ਵੀ ਉਹਨੇ ਕਿਸ ਤਰ੍ਹਾਂ ਬਾਹਰ ਡਿਫੈਂਸ ਕਰਨਾ ਤੇ ਕਿਸ ਤਰ੍ਹਾਂ ਉਸਦੇ ਅਟੈਕ ਮਾਰਨਾ ਹੈ। ਤੀਸਰੀ ਗੱਲ ਹੈਗੀ ਸੀ ਇਮੋਸ਼ਨਲੀ ਤੌਰ ਤੇ। ਇਮੋਸ਼ਨਲ ਤੌਰ ਤੇ ਬੰਦੇ ਦਾ ਜਿਹੜਾ ਹੈਗਾ ਧਿਆਨ ਜ਼ਿਆਦਾ ਇਕਾਗਰ ਹੁੰਦਾ ਹੈ, ਕਿਉਂਕਿ ਇਮੋਸ਼ਨਲ ਤੌਰ ਤੇ ਖਿਡਾਰੀ ਨੂੰ ਜਿੱਤ ਤੇ ਹਾਰ ਤਾਂ ਬਣੀ ਹੋਈ ਹੈ। ਦੇਖੋ, ਖਿਡਾਰੀ ਨੂੰ ਜਿੱਤ ਵੀ ਕਬੂਲ ਕਰਨੀ ਪੈਂਦੀ ਹੈ ਤੇ ਹਾਰ ਵੀ ਕਬੂਲ ਕਰਨੀ ਪੈਂਦੀ ਹੈ। ਇਸ ਤਰ੍ਹਾਂ ਉਹ ਇਮੋਸ਼ਨਲ ਤੌਰ ਤੇ ਵੀ ਸਟਰੋਂਗ ਹੁੰਦਾ ਹੈ, ਨਾ ਹੀ ਉਹਨੂੰ ਡਰ ਲੱਗਦਾ ਹੈ ਤੇ ਨਾ ਹੀ ਉਹ ਚਿੰਤਾ ਦਾ ਉਹਨੂੰ ਜ਼ਿਆਦਾ ਡਰ ਬਣਦਾ ਹੈ। ਇਸ ਤਰ੍ਹਾਂ ਉਹ ਇਮੋਸ਼ਨਲੀ ਤੌਰ ਤੇ ਵੀ ਸਟਰੋਂਗ ਹੈ। ਚੌਥਾ ਜੋ ਮੇਨ ਪੁਆਇੰਟ ਹੈਗਾ, ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ, ਸੋਸ਼ਲੀ ਤੌਰ ਤੇ। ਸਮਾਜਿਕ ਤੌਰ ਤੇ ਗੱਤਕਾ ਖਿਡਾਰੀ ਦੀ ਇੱਕ ਵੱਖਰੀ ਪਛਾਣ ਹੋਏਗੀ। ਖਿਡਾਰੀ ਕਿਸੇ ਵੀ ਖੇਡ ਦਾ ਹੋ ਸਕਦਾ ਹੈ, ਬਟ ਜੇਕਰ ਆਪਾਂ ਆਪਣੀ ਇਸ ਵਿਰਾਸਤੀ ਖੇਡ ਦੀ ਗੱਲ ਕਰੀਏ
मैं अपने तौर ते तुहानूं एग्जाम्पल दे देवां भी सोशली तौर ते मैं समाजिक तौर ते इस खेड नूं लैके ओवरऑल इंडिया तो इलावा मैं हुण तक इंटरनेशनल लैवल ते 8 कंट्री विच अपनी विरासती खेड दी परफॉर्मेंस कर चुके हैं जी। सोशली तौर ते इस खेड राही मैनूं एक वक्री पछाण मिली है। सो तुसीं भी जिहड़े आउण वाले मेरे ਸਿੰਘ ਜਾਂ ਵੀਰ ने ਜਿਹੜੇ ਨਵੇਂ ਵਿਦਿਆਰਥੀ ਤੇ ਵਿਦਿਆਰਥਣਾਂ ਤੁਸੀਂ ਇਸ ਖੇਡ ਨੂੰ ਸਿੱਖ ਕੇ, ਕਿਉਂਕਿ ਇਹ ਦੇਖੋ ਕਲਾ ਹੈ, ਇੱਕ ਕਲਾ ਜੋ ਤੁਸੀਂ ਸਿੱਖ ਲੈਂਦੇ ਹੋ ਉਹ ਤੁਹਾਡੇ ਕੋਲ ਹੀ ਰਹਿਣੀ ਹੈ। ਤੁਸੀਂ ਭਾਵੇਂ ਦੇਸ਼ 'ਚ ਰਹੋ ਭਾਵੇਂ ਵਿਦੇਸ਼ 'ਚ ਰਹੋ, ਠੀਕ ਹੈ, ਉਹ ਤੁਹਾਡੀ ਜਿਹੜੀ ਕਲਾ ਹੈਗੀ ਆ ਤੁਹਾਡੇ ਕੋਲ ਰਹੇਗੀ। ਉਸ ਦੇ ਨਾਲ ਤੁਸੀਂ ਆਪਣੀ ਇੱਕ ਵੱਖਰੀ ਪਛਾਣ ਬਣਾ ਸਕਦੇ ਹੋ। ਇਸ ਤਰ੍ਹਾਂ ਜਿਵੇਂ ਮੈਡਮ ਤੁਹਾਨੂੰ ਮੈਂ ਦੱਸਿਆ ਵੀ ਇਹਦੇ ਖੇਡਣ ਦੇ ਫਾਇਦੇ ਇਹ ਹਨ, ਸਰੀਰਕ ਤੌਰ ਤੇ ਹੋ ਗਿਆ ਤੇ ਮੇਨਲੀ ਜਿਹੜਾ ਹੈਗਾ ਸਮਾਜ ਤੌਰ ਤੇ ਤੁਹਾਡੀ ਇੱਕ ਵੱਖਰੀ ਪਛਾਣ ਬਣ ਜਾਂਦੀ ਹੈ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤਲਵਿੰਦਰ ਜੀ ਕੀ ਕਹਿਣਾ ਚਾਹੋਗੇ? ਹਾਂਜੀ ਦੀ ਦਮਨ, ਮੈਂ ਤੁਹਾਡੇ ਚੈਨਲ ਦੇ ਰਾਹੀਂ ਜਿਆਦਾ ਜਾਂਦੇ ਸਿੱਖ ਸੰਗਤ ਨੂੰ ਤੇ ਦਰਸ਼ਕਾਂ ਨੂੰ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਸਿੱਖ ਕੌਮ ਦੇ 6ਵੇਂ ਪਾਤਸ਼ਾਹ ਵੱਲੋਂ ਚਲਾਈ ਗਈ ਇਹ ਸ਼ਸਤਰ ਵਿਦਿਆ ਸਾਰੇ ਹੀ ਆਪਣੇ ਬੱਚਿਆਂ ਨੂੰ ਇਸ ਖੇਡ ਨਾਲ ਜ਼ਰੂਰ ਜੁੜੋ। ਤੇ ਖਾਸ ਕਰਕੇ ਮੈਂ ਆਪਣੀ ਭੈਣਾਂ ਤੇ ਲੜਕਿਆਂ ਨੂੰ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਵੀ ਤੁਸੀਂ ਆਪਣੀ ਰੱਖਿਆ ਆਪ ਕਰ ਸਕਦੇ ਹੋ। ਉਹ ਇੱਕੋ ਹੀ ਖੇਡ ਹੈ, ਉਹ ਹੈਗੀ ਸਿੱਖ ਮਾਰਸ਼ਲ ਆਰਟ ਗੱਤਕਾ ਸ਼ਸਤਰ ਵਿਦਿਆ। ਇਸ ਨੂੰ ਤੁਸੀਂ ਸਿੱਖ ਕੇ ਆਪਣੀ ਰੱਖਿਆ ਆਪ ਕਰ ਸਕਦੇ ਹੋ। ਤੇ ਬਾਕੀ ਮੈਂ ਹੋਰ ਵੀ ਜੋ 12ਵੀਂ ਪਾਸ ਵਿਦਿਆਰਥੀ ਹਨ, ਜੇਕਰ ਤੁਸੀਂ ਗੱਤਕਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਿੱਖਾਂ ਦੀ ਸਰਮੋਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕੋ ਹੀ ਸੰਸਥਾ ਹੈਗੀ ਯੂਨੀਵਰਸਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਰਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ 1 ਸਾਲ ਦਾ ਗੱਤਕੇ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਹੈ ਜੀ। ਉਸ ਦੇ ਵਿੱਚ ਹੀ ਪੂਰਨ ਤੌਰ ਤੇ ਇਸ ਖੇਡ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜੀ। ਪ੍ਰੋਪਰ ਪ੍ਰੈਕਟੀਕਲ ਤੌਰ ਤੇ ਤੁਹਾਨੂੰ ਇਹ ਗੱਤਕਾ ਸਿਖਾਇਆ ਜਾਂਦਾ ਹੈ। ਸੋ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਜੇਕਰ ਤੁਸੀਂ ਸਿੱਖ ਕੌਮ ਦੀ ਮਾਰਸ਼ਲ ਖੇਡ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਜ਼ਰੂਰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਤੇ ਨਾਲ ਹੀ ਮੈਂ ਏਕਮ ਟੀਵੀ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ, ਖਾਸ ਕਰਕੇ ਮੈਡਮ ਦਮਨ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਰਾਹੀਂ ਮੈਂ ਆਪ ਜੀ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ ਜੀ। ਮੇਰੀ ਗੱਲਬਾਤ ਦੇ ਦੌਰਾਨ ਜੇਕਰ ਮੈਂ ਕੋਈ ਗਲਤ ਸ਼ਬਦ ਬੋਲ ਗਿਆ ਹੋਵਾਂ ਤਾਂ ਖਿਮਾ ਦਾ ਜਾਚਕਾਂ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਸਾਡੇ ਨਾਲ ਜੁੜ ਚੁੱਕੇ ਹੈ ਤਲਵਿੰਦਰ ਸਿੰਘ ਦੇ ਕੋਚ ਸਰਦਾਰ ਸੁਖਦੇਵ ਸਿੰਘ ਹੋਰੀ। ਸਰ, ਤੁਹਾਡਾ ਏਕਮ ਟੀਵੀ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਜੀ। ਸਰ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਬੱਚਿਆਂ ਨੂੰ ਗੱਤਕਾ ਸਿਖਾਉਂਦੇ ਹੋਇਆਂ ਨੂੰ, ਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮ ਸਤਿਕਾਰਯੋਗ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ, ਜਿਹੜੀ ਇਹ ਗੱਤਕੇ ਦੀ ਜਿਹੜੀ ਦੇਣ ਆ ਬਹੁਤ ਵੱਡੀ ਗੱਤਕੇ ਦੀ ਦੇਣ ਹੈ ਮਹਾਰਾਜ ਵੱਲੋਂ। ਸਾਡਾ ਖਾੜਾ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਕਾਲਗੜ੍ਹ ਸਾਹਿਬ ਸਨੌਰ ਤੋਂ ਅਸੀਂ ਬੜੀ ਦੇਰ ਤੋਂ, ਮੇਰੀ ਵੀ ਤਕਰੀਬਨ ਉਮਰ ਹੈਗੀ ਸੀ 25-26 ਸਾਲ ਦੀ ਜਦੋਂ ਤੋਂ ਇਹ ਗੱਤਕਾ ਸੀ ਖਾੜਾ ਸ਼ੁਰੂ ਕਰਿਆ। ਉਸ ਤੋਂ ਜਦੋਂ ਤੋਂ ਇਹ ਤਲਵਿੰਦਰ ਸਿੰਘ ਜੀ ਮੇਰੇ ਨਾਲ ਬਚਪਨ ਤੋਂ 5 ਸਾਲ ਦੀ ਉਮਰ ਦੀ ਇਹਦੀ, ਇਹਨੂੰ ਬੜਾ ਸ਼ੌਂਕ ਸੀਗਾ। ਜਿਵੇਂ ਖਾਣਾ ਜਦੋਂ ਸ਼ੌਂਕ ਸੀਗਾ ਇਹ ਆਣਾ ਬਚਪਨ ਤੋਂ ਬਹੁਤ ਵਧੀਆ ਖਿਡਾਰੀ ਬਣਿਆ ਇਹ ਬਚਪਨ ਤੋਂ ਹੀ। ਹੋਰ ਵੀ ਬੜੇ ਆਏ ਬੱਚੇ, ਬੜੇ ਗਏ ਖਿਡਾਇਆ, ਅਸੀਂ ਸਿਖਾਇਆ ਵੀ ਬਹੁਤ ਬੱਚਿਆਂ ਨੂੰ। ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਮਿੱਤਰ ਪੈਰਾਂ ਨੂੰ, ਮੇਰੇ ਬੱਚੇ ਬੱਚੀਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਵੀਰਾਂ ਨੂੰ ਵੀ ਮੇਰੇ ਵੀਰੋ ਆਪਣੇ ਬੱਚਿਆਂ ਨੂੰ, ਆਪਣੀਆਂ ਬੱਚੀਆਂ ਨੂੰ, ਸਾਰਿਆਂ ਨੂੰ ਇਸ ਗੱਤਕੇ ਨਾਲ ਜੋੜ ਕੇ ਵਧੀਆ ਆਪਾਂ ਪ੍ਰਾਪਤ ਕਰੋ। ਇੱਕ ਕਈ ਤਰ੍ਹਾਂ ਦੀਆਂ ਇਹਦੇ ਵਿੱਚ ਖੂਬੀਆਂ ਨੇ। ਇੱਕ ਤਾਂ ਸਿਹਤ ਵੀ ਬਣੀ ਰਹਿੰਦੀ ਆ, ਇੱਕ ਆਪਣਾ ਜਿਹੜੀਆਂ ਬੀਬੀਆਂ ਨੇ, ਭੈਣਾਂ ਨੇ ਜੇ ਗੱਤਕਾ ਖੇਡਦੀ ਹੋਵੇ ਉਹ ਮੈਨੂੰ ਲੱਗਦਾ ਕਦੇ ਕੋਈ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਭੈ ਨਹੀਂ ਹੋਵੇਗਾ। ਕਿਉਂਕਿ ਮੈਂ ਆਪਣੇ ਤੇ ਲਾਣਾ, ਮੇਰੀ ਅੱਜ 55 ਸਾਲ ਦੀ ਉਮਰ ਹੈ। ਜੇ ਮੈਂ ਗੱਤਕਾ ਖੇਡਦਾ ਤਾਂ ਹੀ ਮੈਂ ਅੱਜ ਵੀ ਮੈਂ ਮੁੰਡਿਆਂ ਵਾਂਗੂ, ਮਤਲਬ ਕਿ ਜਿੱਦਾਂ ਅੱਜ ਕੱਲ੍ਹ 10-15-20 ਸਾਲ ਦੇ ਮੁੰਡੇ ਨੇ ਉਹਨਾਂ ਵਾਂਗੂ ਮੈਂ ਤੁਰਦਾ ਵੀ ਹਾਂ, ਫਿਰਦਾ ਵੀ ਹਾਂ, ਖੇਡਦਾ ਵੀ ਹਾਂ। ਅੱਜ ਵੀ ਮੈਂ ਕਿਸੇ ਨਾਲ ਖੇਡਣਾ, ਮਤਲਬ ਕਿ ਮੁੰਡਿਆਂ ਤੋਂ ਮੈਂ ਵੱਧ ਹੀ ਖੇਡਦਾ, ਘੱਟ ਨਹੀਂ ਖੇਡਦਾ। ਕਿਉਂਕਿ ਜਦੋਂ ਆਪਾਂ ਇਹ ਖੇਡ ਨੂੰ ਅੱਗੇ ਵਧਾਵਾਂਗੇ ਬੱਚਿਆਂ ਨੂੰ, ਸਾਰਿਆਂ ਨੂੰ, ਹੋਰ ਵੀ ਅੱਜ ਕੱਲ੍ਹ ਗੱਤਕੇ ਦਾ ਕੋਈ ਪਹਿਲਾਂ ਦਾ ਪ੍ਰੋਗਰਾਮ ਤਾਂ ਰਿਹਾ ਨਹੀਂ ਵੀ ਆਪਾਂ ਇਕੱਲਾ ਨਗਰ ਕੀਰਤਨਾਂ 'ਚ ਖੇਡਣਾ। ਹੁਣ ਤਲਵਿੰਦਰ ਸਿੰਘ ਜੀ ਨੇ ਅੱਜ ਪ੍ਰੋਫੈਸਰ ਨੇ ਯੂਨੀਵਰਸਿਟੀ 'ਚ, ਗੁਰੂ ਗ੍ਰੰਥ ਸਾਹਿਬ ਦੀ ਯੂਨੀਵਰਸਿਟੀ, ਅੱਜ ਪ੍ਰੋਫੈਸਰ ਨੇ, ਬੜੀ ਵਿੱਦਿਆ ਪ੍ਰਾਪਤ ਕਰ ਲਈ ਇਹਨਾਂ ਨੇ। ਗੱਤਕੇ ਦਾ ਇਹਨਾਂ ਨੇ ਡਿਪਲੋਮਾ ਕਰਿਆ, ਜੋ ਵੀ ਕਰਿਆ ਸਾਰਾ, ਪੜ੍ਹਾਈ ਬਥੇਰੀ ਕਰੀ ਹੈ, ਗੱਤਕਾ ਬਥੇਰਾ ਖੇਡਿਆ। ਹੋਰ ਵੀ ਗੱਤਕੇ ਦੇ ਕੰਪੀਟੀਸ਼ਨਾਂ ਦਾ ਵੀ ਇਹਨਾਂ ਨੇ ਕੋਈ ਮਤਲਬ ਕਿ ਪੂਰੀ ਦੇਰ ਲਾ ਕੇ ਰੱਖੀ ਆ। ਕਿਸੇ ਜ਼ਿਲ੍ਹੇ 'ਚ ਨਹੀਂ ਕੋਈ ਇਹੋ ਜਿਹਾ ਜ਼ਿਲ੍ਹਾ ਕੋਈ ਨਹੀਂ ਹੈ ਜਿਹੜੇ ਜ਼ਿਲ੍ਹੇ 'ਚ ਤਲਵਿੰਦਰ ਸਿੰਘ ਜੀ ਨੇ ਗੱਤਕੇ ਦਾ ਕੰਪੀਟੀਸ਼ਨ ਨਹੀਂ ਕਰਾਇਆ। ਗੱਤਕੇ ਦਾ ਕੰਪੀਟੀਸ਼ਨ ਨਹੀਂ ਕਰਾਇਆ। ਹੋਰ ਆਪਣੇ ਬਾਹਰਲੇ ਮੁਲਕਾਂ 'ਚ, ਪੋਲੈਂਡ ਗਿਆ, ਜਰਮਨ ਗਿਆ, ਹੋਰ ਵੀ ਛੋਟੇ ਮੋਟੇ ਕੰਟਰੀਆਂ ਵਾਲਾ ਤਾਂ ਕੋਈ ਅੰਤ ਨਹੀਂ।
ਅਸੀਂ ਹਾਂਗਕਾਂਗ ਤੱਕ ਹੋਰ ਕਿਸੇ ਵੀ ਜਿਹੜੀ ਵੀ ਕੰਟਰੀ, ਕਈ ਅਸੀਂ 7-8 ਕੰਟਰੀਆਂ 'ਚ ਵੀ ਗੱਤਕਾ ਅਸੀਂ ਜਾ ਕੇ ਖੇਡ ਕੇ ਆਏ, ਕੰਪੀਟੀਸ਼ਨ ਵੀ ਕਰਕੇ ਆਏ। ਇੱਥੇ ਵੀ ਗੱਤਕੇ ਦੀ ਕੰਪੀਟੀਸ਼ਨ ਦੀ ਕੋਈ ਕਸਰ ਨਹੀਂ ਛੱਡੀ। ਹਰੇਕ ਜ਼ਿਲ੍ਹੇ ਦੇ ਵਿੱਚ ਗੱਤਕਾ ਹਰ ਸਾਲ ਵੀ ਹੁਣ ਵੀ ਕਰਾਉਂਦੇ ਆ। ਪਹਿਲਾਂ ਵੀ ਵੱਡੇ ਕੰਪੀਟੀਸ਼ਨ ਕਰਾਏ। ਪਹਿਲਾਂ ਅਸੀਂ ਤਾਂ ਤਕਰੀਬਨ ਛੋਟੀ ਜਿਹੀ ਗਰੀਬੀ ਤੋਂ ਗੱਤਕਾ ਖੇਡਣ ਲੱਗੇ ਸੀਗੇ, ਪਰ ਅੱਜ ਮਹਾਰਾਜ ਦੀ ਕਿਰਪਾ, ਕਿਉਂਕਿ ਹਰ ਸਕੂਲ ਦੇ ਵਿੱਚ, ਹਰ ਕਾਲਜ ਦੇ ਵਿੱਚ, ਹਰ ਯੂਨੀਵਰਸਿਟੀ ਦੇ ਵਿੱਚ, ਸਾਰਿਆਂ ਦੇ ਵਿੱਚ ਗੱਤਕਾ ਸ਼ੁਰੂ ਹੋ ਗਿਆ। ਹੁਣ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਮੇਰੇ ਵੀਰਾਂ ਨੂੰ, ਸਿੱਖ ਭਰਾਵਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ, ਕਿਉਂਕਿ ਜੇ ਆਪਾਂ ਆਪਣੇ ਬੱਚਿਆਂ ਨੂੰ ਗੱਤਕਾ ਸਿਖਾਵਾਂਗੇ, ਇਹਨੂੰ ਪ੍ਰੋਫੈਸਰ ਬਣਾਵਾਂਗੇ, ਤਾਂ ਹੀ ਆਪਣੀ ਯੂਨੀਵਰਸਿਟੀਆਂ 'ਚ ਪ੍ਰੋਫੈਸਰ ਲੱਗਣਗੇ, ਤਾਂ ਹੀ ਗੱਤਕਾ ਸਿਖਾਉਣਗੇ, ਤਾਂ ਹੀ ਆਪਣੀ ਸਿੱਖੀ ਵਧੇਗੀ। ਆਪਾਂ ਜਿਹੜੇ ਇਹ ਆਪਣੇ ਕੀ ਨਾ ਕੀਰਤਨ ਦਾ ਜਾਂ ਪੱਗਾਂ ਦਾ ਜਾਂ ਹੋਰ ਕਾਹੇ ਦੇ ਜਿਹੜੇ ਆਪਾਂ ਇਹ ਸਿੱਖੀ ਦਾ ਆਪਾਂ ਪ੍ਰੋਗਰਾਮ ਕਰਾਉਂਦੇ ਆ, ਇਹ ਤਾਂ ਆਪਾਂ ਕਰਾ ਹੀ ਰਹੇ ਹਾਂ, ਤਾਂ ਹਰੇਕ ਹੀ ਕਰਾਉਂਦਾ, ਪਰ ਇਹ ਗੱਤਕੇ ਦਾ ਕੋਈ ਕਰਾਉਂਦਾ। 6ਵੇਂ ਪਾਤਸ਼ਾਹ ਜੀ ਮਹਾਰਾਜ ਨੇ ਜਿਹੜੇ ਮੇਰੀ ਪੀੜ੍ਹੀ ਦੇ, ਇਹਨਾਂ ਨੇ ਆਪਾਂ ਨੂੰ ਇਹ ਦੇਣ ਦਈ, ਪਰ ਇਸ ਦੇਣ ਨੂੰ ਆਪਣਾ ਵਧਾਉਣਾ ਅੱਗੇ ਆਪਣਾ ਫਰਜ਼ ਬਣਦਾ। ਅੱਗੇ ਹੋਰ ਜਿਹੜੇ ਜਥੇ ਨੇ, ਜਿੰਨੇ ਵੀ ਜਥੇ ਨੇ, ਸਭ ਆਪਣਾ ਪੂਰਾ ਜ਼ੋਰ ਲਾਉਂਦੇ ਨੇ, ਪਰ ਮੇਰੀ ਤਾਂ ਇਹੀ ਬੇਨਤੀ ਆ, ਆਪਾਂ ਆਪਣੇ ਪੂਰੇ ਘਰ ਪਹੁੰਚ ਕੇ ਪੂਰਾ ਮਾਣ ਸਤਿਕਾਰ ਕਰੀਏ ਜਿਹਦਾ ਗੱਤਕੇ ਦਾ। ਆਂਢ ਨੂੰ ਵੀ, ਗੁਆਂਢ ਨੂੰ ਵੀ, ਕੁੜੀਆਂ ਨੂੰ ਵੀ, ਬੱਚਿਆਂ ਨੂੰ, ਸਾਰਿਆਂ ਨੂੰ ਸਿਖਾਈਏ, ਆਪ ਵੀ ਸਿੱਖੀਏ। ਜਿਹੜੇ ਬਜ਼ੁਰਗ ਨੇ, ਬਜ਼ੁਰਗਾਂ ਨੂੰ ਵੀ ਸਿੱਖਣਾ ਚਾਹੀਦਾ, ਬੱਚਿਆਂ ਨੂੰ ਵੀ ਸਿੱਖਣਾ ਚਾਹੀਦਾ, ਕਿਉਂਕਿ ਜੇ ਆਪਾਂ ਆਪ ਸਿੱਖਾਂ ਤਾਂ ਹੀ ਆਪਾਂ ਆਪਣੇ ਬੱਚਿਆਂ ਨੂੰ ਲਿਆਵਾਂਗੇ। ਜੇ ਆਪਾਂ ਆਪ ਨਹੀਂ ਸਿੱਖਿਆ, ਆਪਾਂ ਬੱਚਿਆਂ ਨੂੰ ਆਪਾਂ ਸੋਚਦੇ ਪਤਾ ਨਹੀਂ ਕੀ ਹੈ। ਜਦੋਂ ਆਪਣੀ ਬੱਚੀ ਕੋਈ ਗੱਤਕਾ ਸਿੱਖ ਗਈ, ਉਹਨਾਂ ਨੇ ਆਂਢ ਗੁਆਂਢ ਦੀਆਂ ਬੱਚੀਆਂ ਨੂੰ ਆਟੋਮੈਟਿਕ ਸਿਖਾ ਦੇਣਾ। ਮੇਰੀ ਤਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਮੇਰੇ ਵੀਰੋ, ਸਾਰੇ ਜਵਾਕਾਂ ਨੂੰ ਗੱਤਕਾ ਸਿਖਾਓ, ਪੜ੍ਹਾਓ, ਨਾਲ ਗੱਤਕਾ ਸਿਖਾਓ, ਪ੍ਰੋਫੈਸਰ ਬਣਾਓ। ਦਲਵਿੰਦਰ ਸਿੰਘ ਜੀ ਵਾਂਗੂ ਵੱਡੇ ਨਾਲੇ ਦੇਖੋ, ਉਹਨਾਂ ਨਾਲੇ ਬਣੀਆਂ ਕਿ ਨਾਲੇ ਪ੍ਰੋਫੈਸਰ ਬਣਦੇ ਨੇ, ਨਾਲੇ ਤਨਖਾਹ ਦੇਣਗੇ, ਨਾਲੇ ਸਿੱਖੀ ਬਚੀ ਰਹੂ, ਨਾਲੇ ਆਪਾਂ ਅੱਗੇ ਨੂੰ ਸਿੱਖੀ ਬਚਾ ਕੇ ਰੱਖਾਂਗੇ, ਨਾਲੇ ਗੱਤਕਾ ਸਿਖਾਵਾਂਗੇ। ਮੇਰੇ ਤਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਆ, ਬਾਹਰ ਵਾਲਿਆਂ ਨੂੰ, ਪੂਰੇ ਵਾਲਿਆਂ ਨੂੰ, ਜਿੰਨੇ ਵੀ ਸਾਰੇ ਮੇਰੇ ਵੀਰ ਭਰਾ ਬਣਾ, ਸਾਰਿਆਂ ਨੂੰ ਇਹ ਬੇਨਤੀ ਹੈ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਤਕੇ ਬਾਰੇ ਜਾਣਕਾਰੀ ਲਈ ਹੈ ਕਿ ਗੱਤਕੇ ਦੀ ਸ਼ੁਰੂਆਤ ਕਦੋਂ ਹੋਈ, ਇਸ ਦੇ ਲਈ ਕਿਹੜੀਆਂ-ਕਿਹੜੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਿਹੜੇ-ਕਿਹੜੇ ਸ਼ਸਤਰਾਂ ਨੂੰ ਜਿਹੜਾ ਹੈ ਗੱਤਕੇ ਦੇ ਪ੍ਰਦਰਸ਼ਨ ਦੇ ਦੌਰਾਨ ਵਰਤਿਆ ਜਾਂਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ। दीन के हेत जो लड़दे तुर्की फौज कहोंदे ने, दीन के हेत जो लड़दे तुर्की फौज कहोंदे ने, बैरी नू सौदा लाउण लई सिंह तुड़े आउंदे ने, बैरी नू सौदा लाउण लई सिंह तुड़े आउंदे ने, बैरी नू सौदा लाउण लई। दुनिया तो सोना रुतबा सिंगा सरदारां दा, जालिम नू छड्डदा नहीं ओए भुखा बस प्यारां दा।